सत श्री अकाल प्यारिओ। दिलजीत दोसांझ सिर्फ पंजाब दे सुपरस्टार ही नहीं है, ये तो हुण वर्ल्ड दे सुपरस्टार बन गए ने। ते हुणी दिलूमिनाती करके जिहड़ा उन्हां दा कॉन्सर्ट होया सी ना, उहदे रिगार्डिंग आ दो तीन ना खबर आईयां सी। आओ मेरे पिछे देखो जरा, दो तीन खबर आई हैं। पहली खबर देखो की लिखिया है, क्रैक डाउन ऑन टिकट सेल्स, की ईडी ने रेड मारी। उस तो बाद देखो जी केड़ी गल हो रही है, सैकेंड दिलजीत दोसांझ दा की सी कॉन्सर्ट, ईडी ने रेड की 4 स्टेट्स विच। उस तो बाद देखो दिलजीत दोसांझ एंड जिहड़ा कोल्ड प्ले दा कॉन्सर्ट है, लोकी फेक टिकट बेची जा रहे ने। फेक टिकट ਤੁਹਾਨੂੰ ਕਹਿ ਰਹੇ ਨੇ कि दिस इज़ द टिकट बट दिस इज़ नॉट द टिकट। ਤੁਸੀਂ ਲੈ ਲਈ ਤੇ ਬਾਅਦ ਚ ਜਾ ਕੇ ਕੀ ਪਤਾ ਲੱਗਿਆ, ਉਹ ਯਾਰ ਇਹ ਟਿਕਟ ਹੀ ਨਹੀਂ ਹੈ, ਐਂਟਰੀ ਮਿਲ ਨਹੀਂ ਰਹੀ। ਫਿਰ 5 ਸਟੇਟਸ ਵਿੱਚ ਈਡੀ ਨੇ ਰੇਡ ਕੰਡਕਟ ਕੀਤੀ। ਹੁਣ ਤੁਸੀਂ ਸੋਚੋਗੇ ਕਿ ਯਾਰ ਇਹ ਐਗਜ਼ਾਮ ਵਾਸਤੇ ਕਿਸ ਤਰ੍ਹਾਂ ਇੰਪੋਰਟੈਂਟ ਹੈ। ਤੁਸੀਂ ਸੋਚੋਗੇ ਕਿ ਪੀਸੀਐਸ ਦਾ ਇਹਦੇ ਨਾਲ ਕੀ ਲੈਣਾ ਦੇਣਾ। ਤੇ ਪਿਆਰਿਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਪੀਸੀਐਸ ਦਾ ਐਗਜ਼ਾਮ ਹੈ ਨਾ, ਉਹ ਐਜ਼ ਇਟ ਇਜ਼ ਇਹ ਕਦੀ ਨਹੀਂ ਪੁੱਛੇਗਾ कि दिलजीत दोसांझ दे कॉन्सर्ट में जिहड़ी फेक टिकट हुई सी ਉਹਦੇ ਬਾਰੇ ਦੱਸੋ ਨਾ। ਉਹ ਇਹਦੇ ਵਿੱਚੋਂ ਇੱਕ ਕੁਐਸਚਨ ਕੱਢ ਲੇਗਾ ਤੇ ਜਿਹੜਾ ਟੌਪਿਕ ਆਪਣਾ ਇਹਦੇ ਵਿੱਚੋਂ ਕੁਐਸਚਨ ਦਾ ਨਿਕਲਦਾ ਹੈ, ਦੈਟ ਇਜ਼ ਜਿਹੜੀ ਟਿਕਟਾਂ ਬਲੈਕ ਹੁੰਦੀਆਂ ਹੈ ਉਹਦਾ ਪ੍ਰੋਸੈਸ ਕੀ ਹੈ। ਟਿਕਟਾਂ ਬਲੈਕ ਕਿਉਂ ਹੋ ਰਹੀਆਂ ਨੇ, ਫੇਕ ਟਿਕਟਾਂ ਕਿਉਂ ਵੇਚੀਆਂ ਜਾ ਰਹੀਆਂ ਨੇ। ਤੇ ਤੁਸੀਂ ਆਪ ਸੋਚੋ ਕਿ ਮੈਕਸਿਮਮ ਲਿਮਿਟ ਜਿਹੜੀ ਅੱਪਰ ਸਭ ਤੋਂ ਮਹਿੰਗੀ ਟਿਕਟ ਦਿਲਜੀਤ ਦੇ ਕੌਨਸਰਟ ਦੀ ਸੀਗੀ, ਦੈਟ ਵਾਜ਼ ਅਰਾਊਂਡ 20-25 ਦੀ ਸਭ ਤੋਂ ਅਪਰ ਲਿਮਿਟ ਦੀ ਟਿਕਟ ਸੀ। ਲੇਕਿਨ ਕਿਹੜੀ, ਆਫੀਸ਼ੀਅਲ। ਜੇ ਤੁਸੀਂ ਆਫੀਸ਼ੀਅਲੀ ਵੈਬਸਾਈਟ ਤੋਂ ਬੁੱਕ ਕਰਾਓਗੇ ਤਾਂ। ਪਰ ਹੋਇਆ ਕੀ, ਜਿੱਦਾਂ ਹੀ ਵੈਬਸਾਈਟ ਓਪਨ ਹੁੰਦੀ ਹੈ, ਵੈਬਸਾਈਟ ਦੇ ਓਪਨ ਹੁੰਦਿਆਂ ਹੀ ਕੁਝ ਅਨਸਰ ਕੀ ਕਰਦੇ ਨੇ, ਸਟਾਕ ਕਰਕੇ ਰੱਖ ਲੈਂਦੇ ਨੇ ਟਿਕਟਸ। ਜਦੋਂ ਟਿਕਟਸ ਨੂੰ ਸਟਾਕ ਕਰ ਲੈਂਦੇ ਨੇ, ਫਿਰ ਪਤਾ ਕੀ ਕਰਦੇ ਨੇ, ਫੋਨ ਕਰਦੇ ਨੇ ਤੁਹਾਡੇ ਵਰਗੇ ਬੰਦਿਆਂ ਨੂੰ, ਮੇਰੇ ਵਰਗੇ ਬੰਦਿਆਂ ਨੂੰ ਕਾਲ ਕਰਦੇ ਨੇ ਤੇ ਪੁੱਛਦੇ ਨੇ, ਹਾਂਜੀ ਬਾਈ ਟਿਕਟ ਲਓਗੇ। ਤੁਸੀਂ ਕਹਿ ਰਹੇ ਹੋ ਯਾਰ ਟਿਕਟ ਤੇ ਹੈ ਹੀ ਨਹੀਂ ਪੂਰੀ ਮਾਰਕੀਟ 'ਚ, ਦਿਲਜੀਤ ਮੈਨੂੰ ਪਿਆਰਾ ਬਹੁਤ ਹੈ ਤੇ ਮੈਂ ਤੇ ਟਿਕਟ ਲੈਣੀ ਹੈ ਤੇ ਮੈਂ ਤੇ ਦੇਖਣਾ ਦਿਲਜੀਤ ਨੂੰ ਜਾ ਕੇ। ਫਿਰ ਤੁਸੀਂ ਕੀ ਕਰੋਗੇ, ਤੁਸੀਂ ਤੁਹਾਡੀ ਹਾਲਤ ਹੋਏਗੀ, ਆ ਮੇਰੇ ਪਿੱਛੇ ਦੇਖੋ ਜਿਹੜੇ ਆਪਣੇ ਆ ਅਕਸ਼ੇ ਕੁਮਾਰ ਸਾਹਿਬ ਹੈ ਨਾ, ਤੁਹਾਡੀ ਵੀ ਹਾਲਤ ਇਹਨਾਂ ਵਰਗੀ ਹੋਏਗੀ। ਤੁਸੀਂ ਵੀ ਬੋਲੋਗੇ ਹਾਂ ਵੀ ਟਿਕਟ ਲੈਣੀ ਹੈ, ਹਾਂ ਮੁਝੇ ਤਾਂ ਇੰਟਰਸਟ ਹੈ, ਮੁਝੇ ਤਾਂ ਬਹੁਤ ਇੰਟਰਸਟ ਹੈ, ਮੇਰੇ को ਟਿਕਟ ਦੇ ਦੇ। ਤੁਸੀਂ ਵੀ ਇਦਾਂ ਦੀ ਗੱਲ ਕਰੋਗੇ। ਪਰ ਉਸ ਤੋਂ ਬਾਅਦ ਕੀ ਹੋਏਗਾ, ਉਹ ਕਹੇਗਾ ਕਿ ਟਿਕਟ ਤੇ ਜਿਹੜੀ ਤੂੰ ਗੱਲ ਕਰ ਰਿਹਾ ਨਾ ਵੀਰੇ, आज 15,000 वाली टिकट नहीं है मेरे को। किहड़ी टिकट है जी, बोलेगा देखो 15,000 की टिकट तो तां मिलती जे तू अपने आप लैना। हुण तो टिकट मैं तेनों बेच रहा, ब्लैक च बेच रहा, तो टिकट मैं तेनों दे दूंगा चल 50,000 की। किन्ने दी, 50,000 की। तुसी क्या यार 50,000 की टिकट 15,000 वाली की करिए। तुसी सोचिया, सोच विचार किया ਤੇ ਤੁਸੀਂ ਕੀ ਕੀਤਾ, ਜਿਸ ਤਰ੍ਹਾਂ ਅਕਸ਼ੇ ਕੁਮਾਰ ਨੇ ਹੀਰਾ ਫੇਰੀ ਵਿੱਚ ਸਕੀਮ ਲਗਾਈ ਸੀ ਨਾ, ਅਗਲੀ ਸਲਾਈਡ ਦੇਖੋ, ਤੁਸੀਂ ਵੀ ਇਦਾਂ ਦੀ ਸਕੀਮ ਲਗਾਉਣ ਬੈਠ ਗਏ। ਤੁਸੀਂ ਵੀ ਆਪਣੇ ਹੋਰ ਦੋਸਤ, ਤੁਹਾਡੇ ਵਰਗੇ ਦੋਸਤ ਸ਼ਕਲਾਂ ਦੇਖੋ, ਕੋਈ ਆਪਣੇ ਤੁਹਾਡੇ ਵਰਗੇ ਦੋਸਤ ਹੋਣੇ ਆ, ਤੁਸੀਂ ਇਹਨਾਂ ਕੋਲ ਗਏ, ਤੁਸੀਂ ਇਹਨਾਂ ਨੂੰ ਕਿਹਾ ਯਾਰ 50,000 ਦੀ ਟਿਕਟ ਹੈ, 50,000 ਦੀ ਟਿਕਟ ਹੈ, ਜੇ ਆਪਾਂ ਅੱਗੇ 60,000 ਦੀ ਵੇਚ ਦਈਏ, ਜੇ ਆਪਾਂ ਅੱਗੇ 70,000 ਦੀ ਵੇਚ ਦਈਏ, ਜੇ ਆਪਾਂ ਅੱਗੇ ਲੱਖ ਰੁਪਏ ਦੀ ਵੇਚ ਦਈਏ, ਫਿਰ ਕੀ ਹੋਏਗਾ। ਆਹ ਦੇਖੋ पैसा ही पैसा होगा। तुसी भी कहने लग गए कि भाई पैसा ही पैसा होगा, भी स्वाद आ जाऊगा जिंदगी का। पर करना की पैना है, 15,000 की टिकट जी तुहानू 50,000 की मिल रही है, अगे ਲੱਖ रुपए की बेचनी है। कितना डिफरेंस आ गया, कितना गैप आ गया। हुण तुसी पता की करोगे, तुसी कोशिश करोगे, तुसी जिस तरह आ नैक्सट स्लाइड देखियो, जिस तरह अक्षय कुमार इत्थे कोशिश कर रहे हैं ना टिकट बेचण दी, तुसी जाओगे, तुसी कोशिश करोगे किद्दां अपने ही लोकां नूं पुछोगे। तो फिर की होएगा, जदों तुसी किसी नूं कहोगे ना कि यार आ ਲੱਖ रुपए की टिकट है, ले तो पता अगों की कहेगा कि मैं तो नहीं लै सकता, ਲੱਖ रुपए तो बहुत ज़्यादा है। फिर तुसी भी उन्होंने यही गल कहोगे, तू जा यहाँ से, ये स्कीम तेरे लिए नहीं है, भी तेरे वस की गल है नहीं, कि ये तेरे वस की गल है नहीं ਲੱਖ रुपए की टिकट लेना। तो फिर जिहड़े दोस्त है, तुसी टिकट तो ले ली, फिर तुहानू पता लगेगा कि ये जिहड़ी टिकट कोई ਲੱਖ रुपए की जे खरीद सकता है ना, वो कोई बहुत ही तकड़ी सामी होएगा बंदा, कोई बहुत ही मोटी सामी बंदा है जिहड़ा ये टिकट खरीद सकता है, होर कोई नहीं खरीद सकता। फिर तुसी की करोगे, फिर तुसी पता की करोगे, जाके उहदे नाल गल करोगे। पर
ਇੰਨੀ ਤਾਂ ਬਈ ਆਪਣੀ ਜਾਣ ਪਛਾਣ ਹੈ ਨਹੀਂ, ਇਹਨਾਂ ਤੇ ਕੋਈ ਸਾਨੂੰ ਮੋਟੀ ਸਾਮੀ ਜਾਣਦੀ ਨਹੀਂ। ਤੇ ਤੁਸੀਂ ਪਤਾ ਕੀ ਕਰੋਗੇ, ਉਹ 50,000 ਦੀ ਟਿਕਟ ਤੇ ਤੁਸੀਂ ਔਖੇ ਸੌਖੇ ਹੋ ਕੇ ਲੈ ਲਈ, ਪਰ ਉਹ ਤੁਹਾਡੇ ਕੋਲ ਹੀ ਪਈ ਰਹੀ, ਤੁਸੀਂ ਵੇਚ ਨਹੀਂ ਪਾਓਗੇ। ਬਹੁਤ ਹੀ ਵਿਰਲੇ, ਇਹ ਮੈਂ ਤੁਹਾਨੂੰ ਪਰਸਨਲ ਇੱਕ ਮੇਰਾ ਐਕਸਪੀਰੀਅੰਸ ਹੈ, ਮੇਰੇ ਫਰੈਂਡ ਨਾਲ ਹੋਇਆ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕੀਤਾ, ਸੱਚਾ ਐਕਸਪੀਰੀਅੰਸ। ਤੇ ਉਹ ਵਿਚਾਰਾ ਵੇਚ ਹੀ ਨਹੀਂ ਪਾਇਆ ਸੀ, ਉਹਨੂੰ 50,000 ਦਾ ਨੁਕਸਾਨ ਹੋ ਗਿਆ। ਫਿਰ ਕਹਿੰਦਾ ਚੱਲ ਯਾਰ ਕੌਨਸਰਟ ਹੀ ਦੇਖ ਆਵਾਂ। ਤੇ ਪਿਆਰਿਓ, ਹੁਣ ਇਹ ਸੋਚੋ ਕਿ ਉਹ 15,000 ਦੀ ਟਿਕਟ 50,000 ਵਿੱਚ ਵੇਚੀ ਗਈ। ਜਿੰਨਾ ਵੀ ਡਿਫਰੈਂਸ ਆਇਆ ਹੈ, 35,000 ਰੁਪਏ ਦਾ ਡਿਫਰੈਂਸ ਆਇਆ ਹੈ, ਉਹ ਕਿਹਦੇ ਕੋਲ ਜਾਏਗਾ? ਸਵਾਲ ਇੱਥੇ ਹੈ। ਤਾਂ ਜਿਹੜਾ ਇਹ 35,000 ਰੁਪਇਆ ਹੈ ਨਾ, ਇਹਦੀ ਅਕਾਊਂਟੇਬਿਲਿਟੀ ਵਾਸਤੇ ਈਡੀ ਭੱਜੀ ਫਿਰਦੀ ਹੈ ਇੱਧਰ ਉੱਧਰ, ਤਾਂ ਹੀ ਉਹ ਰੇਡ ਮਾਰਦੀ ਫਿਰਦੀ ਹੈ। ਤੇ ਜਿਹੜਾ ਇਹ 35,000 ਹੈ, 50,000 ਦੀ ਜਗ੍ਹਾ ਉਹ ਲੱਖ ਦੀ ਵੀ ਵੇਚ ਸਕਦਾ ਸੀ, ਜਾਂ ਇਹ ਜਿਹੜਾ ਬੰਦਾ ਹੈ, ਜਿਹੜੇ ਦੋਸਤ ਨੇ ਖਰੀਦੀ, ਉਹ ਕਿਸੇ ਹੋਰ ਨੂੰ ਵੇਚਦਾ, ਲੱਖ ਰੁਪਏ ਦੀ ਵੇਚਦਾ, ਫਿਰ 15 ਚੋਂ ਘਟਾ ਦੋ 100, 85,000 ਦਾ ਸਕੈਮ। ਉਹ ਕਿੱਥੇ ਜਾਂਦਾ? ਇਕੋਨਮੀ ਨੂੰ ਪੈਸਾ, ਸਰਕਾਰ ਨੂੰ ਪੈਸਾ, ਜਿੰਨੇ ਤੇ ਟੈਕਸ ਲਿੱਤਾ ਜਾ ਰਿਹਾ ਹੈ ਉਹ ਤੇ 15,000 ਹੀ ਹੈ, ਪਰ ਜਿਹੜਾ ਬਲੈਕ ਦਾ ਪੈਸਾ ਹੈ, ਜਿਹਨੂੰ ਆਪਾਂ ਕਹਿੰਦੇ ਟਿਕਟਾਂ ਬਲੈਕ ਕਰਨਾ, ਉਹ 85,000 ਰੁਪਏ ਐਵੇਂ ਘੁੰਮੀ ਜਾ ਰਿਹਾ। ਉਹ ਨੈਟ ਫਾਇਦਾ ਕਿਹਦਾ ਹੋਏਗਾ? ਕਦੀ ਸੋਚਿਆ ਤੁਸੀਂ ਇਸ ਬਾਰੇ ਕਿ ਉਹਦਾ ਫਾਇਦਾ ਹੋ ਕਿਹਨੂੰ ਰਿਹਾ ਹੈ? ਉਹਦਾ ਫਾਇਦਾ ਉਸ ਬੰਦੇ ਨੂੰ ਹੋ ਰਿਹਾ ਹੈ ਜਿਹੜਾ ਬੰਦਾ ਉੱਥੇ ਬੈਠ ਕੇ ਨਾ ਸਸਤੀ ਟਿਕਟਾਂ ਖਰੀਦ ਕੇ ਤੇ ਤੁਹਾਨੂੰ ਮਹਿੰਗੇ ਵਿੱਚ ਵੇਚ ਰਿਹਾ। ਦਿਸ ਇਜ਼ ਨੋਨ ਐਜ਼ ਬਲੈਕ ਮਾਰਕੀਟਿੰਗ। ਤੇ ਪਿਆਰਿਓ, ਇਹ ਮਨੀ ਲੌਂਡਰ ਕਰਨ ਦਾ ਬਹੁਤ ਹੀ ਆਸਾਨ ਤਰੀਕਾ ਹੈ। ਇਹਨੂੰ ਆਪਾਂ ਮਨੀ ਲੌਂਡਰਿੰਗ ਦੇ ਨਾਲ ਵੀ ਜੋੜ ਸਕਦੇ ਹਾਂ। ਤੇ ਕੀ ਹੁੰਦੀ ਹੈ ਮਨੀ ਲੌਂਡਰਿੰਗ? ਈਡੀ ਕਿਉਂ ਰੇਡ ਮਾਰਦੀ ਹੈ? ਈਡੀ ਦੀ ਕੀ ਜੁਰਿਸਡਿਕਸ਼ਨ ਹੈ? ਆਪਾਂ ਇਹੋ ਜਿਹੀਆਂ ਬਹੁਤ ਚੀਜ਼ਾਂ ਇਸ ਵੀਡੀਓ 'ਚ ਡਿਸਕਸ ਕਰਾਂਗੇ ਜੋ ਕਿ ਤੁਹਾਡੇ ਐਗਜ਼ਾਮ ਪਰਸਪੈਕਟਿਵ ਲਈ ਬਹੁਤ ਇੰਪੋਰਟੈਂਟ ਹੈ। ਤਾਂ ਕੀ ਡਿਸਕਸ ਕਰਾਂਗੇ? ਦ ਫਰਸਟ ਥਿੰਗ ਦੈਟ ਵੀ ਵਿਲ ਡਿਸਕਸ ਇਜ਼ ਵਾਈ ਮਨੀ ਲੌਂਡਰਿੰਗ ਹੈਪਨਸ, ਕਿ ਜਿਹੜੀ ਮਨੀ ਲੌਂਡਰਿੰਗ ਹੈ ਹੁੰਦੀ ਕਿਉਂ ਹੈ। ਉਸ ਤੋਂ ਬਾਅਦ ਬਿਲਕੁਲ ਸਬਰ ਰੱਖੋ, ਮੈਂ ਇਹ ਵੀ ਡਿਸਕਸ ਕਰੂੰਗਾ ਕਿ ਮਨੀ ਲੌਂਡਰਿੰਗ ਹੈ ਕੀ। ਇਹ ਜਿਹੜੀ ਮਨੀ ਲੌਂਡਰਿੰਗ ਦੀ ਗੱਲ ਹੁੰਦੀ ਹੈ, ਇਹ ਹੈ ਕੀ ਅਸਲ 'ਚ? ਇਹਨੂੰ ਪੂਰਾ ਸਮਝਾਂਗੇ ਕਿ ਸਟੇजेस ਨੇ ਮਨੀ ਲੌਂਡਰਿੰਗ ਦੀਆਂ। ਉਸ ਤੋਂ ਬਾਅਦ ਹਾਊ ਟੂ ਟੈਕਲ ਮਨੀ ਲੌਂਡਰਿੰਗ, ਕੀ ਕੋਈ ਸੋਲਿਊਸ਼ਨ ਹੈ ਸਾਡੇ ਕੋਲ, ਕੀ ਸਰਕਾਰ ਕੁਝ ਕਰ ਰਹੀ ਹੈ ਇਹਦੇ ਵਾਸਤੇ, ਉਹਦੀ ਗੱਲ ਕਰਾਂਗੇ। ਐਂਡ ਲਾਸਟ ਵਿੱਚ ਆਪਾਂ ਗੱਲ ਕਰਾਂਗੇ ਈਡੀ ਕੀ ਚੀਜ਼ ਹੈ, what is ED and what are its power, ਇਹਦੀ ਆਪਾਂ ਗੱਲ ਕਰਾਂਗੇ। ਠੀਕ ਹੈ ਪਿਆਰਿਓ, ਤੇ ਜੇ ਤੁਹਾਨੂੰ ਲੱਗ ਰਿਹਾ ਕਿ ਇਹ ਤੁਹਾਡੇ ਕੰਮ ਦੀ ਵੀਡੀਓ ਹੈ, ਇਹਨੂੰ ਪਲੀਜ਼ ਲਾਈਕ ਕਰ ਦਿਓ, ਕਮੈਂਟ ਵੀ ਕਰਕੇ ਦੱਸ ਦਿਓ ਕਿ ਸਰ ਅਜੇ ਤੱਕ ਜਿੰਨਾ ਕੁ ਹੋਇਆ ਠੀਕ ਲੱਗ ਗਿਆ, ਜਿਹੜਾ ਮੈਂ ਮੇਮਸ ਯੂਜ਼ ਕੀਤੇ ਸੀ ਥੋੜਾ ਸਮਝ ਆ ਗਿਆ। ਤੇ ਜੇ ਤੁਹਾਨੂੰ ਲੱਗ ਰਿਹਾ ਕਿ PCS ਦੀ ਤਿਆਰੀ ਆਪਾਂ ਕਰਨੀ ਹੈ, ਠੀਕ ਹੈ, ਪ੍ਰੋਪਰਲੀ ਕਰਨੀ ਹੈ, ਕਿਉਂਕਿ ਇਹ ਆਪਣਾ GS3 ਦਾ ਸਿਲੇਬਸ ਹੈ। GS3 ਵਿੱਚ ਆਪਣਾ ਜਿਹੜਾ ਇੰਟਰਨਲ ਸਿਕਿਉਰਿਟੀ ਇੱਕ ਸਿਲੇਬਸ, ਆਪਣੇ ਪਾਰਟ ਆਫ ਸਿਲੇਬਸ ਹੈ, ਉਹਦੇ ਵਿੱਚ ਮਨੀ ਲੌਂਡਰਿੰਗ ਐਜ਼ ਇਟ ਇਜ਼ ਲਿਖਿਆ ਹੋਇਆ ਪਿਆਰਿਓ। ਤਾਂ ਹੀ ਅੱਜ ਮੈਂ ਇੱਕ ਵੀਡੀਓ ਬਣਾ ਰਿਹਾ, ਇਦਾਂ ਨਹੀਂ ਬਣਾ ਰਿਹਾ। ਤੇ ਪਲੀਜ਼ ਬਣੇ ਰਹੋ ਐਂਡ ਤੱਕ, ਆਪਾਂ ਪ੍ਰੋਪਰ ਤੁਹਾਨੂੰ ਕਲੀਅਰ ਕਰ ਦਾਂਗੇ ਕਿ ਮਨੀ ਲੌਂਡਰਿੰਗ ਚੀਜ਼ ਕੀ ਹੈ। ਪਹਿਲੀ ਗੱਲ, ਲੌਂਡਰੀ ਸ਼ਬਦ ਤੇ ਥੋੜਾ ਧਿਆਨ ਦਿਓ। ਲੌਂਡਰੀ ਸ਼ਬਦ ਬਹੁਤ ਵਾਰ ਸੁਣਿਆ ਹੋਣਾ, ਕੱਪੜੇ ਧੋਂਦੇ ਆਪਾਂ ਲੌਂਡਰੀ ਕਰਦੇ ਹਾਂ। ਤੇ ਇਸੇ ਤੋਂ ਹੀ ਇੱਕ ਸਵਾਲ ਉੱਠਦਾ ਹੈ ਕਿ ਇਹ ਮਨੀ ਲੌਂਡਰਿੰਗ ਹੈਪਨਸ, ਵਾਈ ਇਟ ਹੈਪਨਸ, ਕਿਉਂ ਹੁੰਦੀ ਹੈ, ਉਹਦਾ ਰੀਜ਼ਨ ਕੀ ਹੈ ਮਨੀ ਲੌਂਡਰਿੰਗ ਹੋਣ ਦਾ। ਤੇ ਦੋ ਸ਼ਬਦਾਂ ਤੇ ਜਿਹੜੇ ਮੈਂ ਹਾਈਲਾਈਟ ਕੀਤੇ ਆ ਨਾ ਪਿਆਰਿਓ, ਉਸ ਤੇ ਧਿਆਨ ਦਿਓ। ਇਹ ਕਹਿ ਰਿਹਾ ਹੈ ਕੁਝ ਅਸਮਾਜਿਕ ਗਤੀਵਿਧੀਆਂ ਹੁੰਦੀਆਂ ਨੇ। ਕੀ ਲਿਖਿਆ? ਇਲਿਸਿਟ ਐਕਟੀਵਿਟੀਜ਼, ਜਿੱਦਾਂ ਕਿ ਡਰੱਗਸ ਵੇਚਣਾ। ਡਰੱਗਸ ਜਿਹੜੀ ਹੈ, ਕੋਈ ਉਸ ਤੇ ਤੁਸੀਂ ਟੈਕਸ ਤਾਂ ਨਹੀਂ ਦੇ ਰਹੇ ਨਾ, ਇਲੀਗਲ ਹੈ ਡਰੱਗਸ। ਸਾਰਾ ਪੈਸਾ ਕਿੱਥੇ ਜਾ ਰਿਹਾ ਸੋਚੋ। ਐਕਸਟੋਰਸ਼ਨ, ਕਿ ਬਈ ਤੈਨੂੰ ਮਾਰ ਦੂੰਗਾ ਇੰਨੇ ਪੈਸੇ ਪਹੁੰਚਾ ਦੇ, ਐਕਸਟੋਰਸ਼ਨ ਕਰਨਾ। ਉਸ ਤੋਂ ਬਾਅਦ ਬਹੁਤ ਸਾਰੇ ਇਸ਼ੂਜ਼, ਹਿਊਮਨ ਟ੍ਰੈਫਿਕਿੰਗ ਹੋ ਸਕਦੀ ਹੈ, ਸਮਗਲਿੰਗ ਹੋ ਸਕਦੀ ਹੈ। ਇਹੋ ਜੀ ਐਕਟੀਵਿਟੀਜ਼ ਤੋਂ ਜਿਹੜਾ ਵੀ ਪੈਸਾ ਆਉਂਦਾ ਹੈ ਨਾ ਤੁਹਾਡੇ ਕੋਲ ਪਿਆਰਿਓ, ਜਿਹੜਾ ਵੀ ਪੈਸਾ ਤੁਹਾਡੇ ਕੋਲ ਆਉਂਦਾ ਹੈ, ਉਹ ਕੀ ਹੁੰਦਾ ਹੈ? ਉਹਨੂੰ ਆਪਾਂ ਡਰਟੀ ਮਨੀ ਕਹਿੰਦੇ ਆ, ਬਿਕੋਜ਼ ਉਹ ਪੈਸਾ ਨਾ ਤੁਸੀਂ ਸਿਸਟਮ ਦੇ ਵਿੱਚ ਨਹੀਂ ਲੈ ਆ ਸਕਦੇ। ਕਿੱਦਾਂ? ਤੁਸੀਂ ਕਹਿ ਰਹੇ ਹੋ ਸਰ ਇੱਕ ਸਿਸਟਮ ਦੇ ਵਿੱਚ ਦਾ ਕੀ ਮਤਲਬ ਹੋਇਆ? ਤੇ ਪਿਆਰਿਓ, ਡਰੱਗਸ ਕਿਸੇ ਨੇ ਵੇਚੀ, ਡਰੱਗਸ ਦਾ ਪੈਸਾ ਉਹਦੇ ਕੋਲ ਆ ਗਿਆ, ਇਨ ਕੈਸ਼ ਆਊਗਾ। ਉਹ ਕੈਸ਼ ਤੇ ਨਾ ਉਹ ਇਨਕਮ ਟੈਕਸ ਭਰ ਸਕਦਾ, ਕਿਉਂਕਿ ਇਹ ਇਨਕਮ ਲੀਗਲ ਹੀ ਨਹੀਂ ਹੈ।
ਨਾ ਇਸ ਤੇ GST ਭਰ ਸਕਦਾ ਕਿਉਂਕਿ ਇਨਕਮ ਲੀਗਲ ਹੀ ਨਹੀਂ ਹੈ। ਤੇ ਪਿਆਰਿਓ, ਜੇ ਉਹਨੇ ਉਸ ਕੈਸ਼ ਨੂੰ ਯੂਜ਼ ਕਰਨਾ ਹੈ, ਜੇ ਉਹਨੇ ਉਸ ਮਨੀ ਨੂੰ ਕਿਤੇ ਇਨਵੈਸਟ ਕਰਨਾ ਹੈ, ਕੀ ਉਹਨੂੰ ਉਸ ਮਨੀ ਨੂੰ ਬਲੈਕ ਤੋਂ ਵਾਈਟ ਨਹੀਂ ਕਰਨਾ ਪਏਗਾ? ਉਸ ਮਨੀ ਨੂੰ ਸਿਸਟਮ 'ਚ ਲੈ ਕੇ ਆਉਣਾ ਪਏਗਾ, ਉਸ ਮਨੀ ਨੂੰ, ਉਸ ਕੈਸ਼ ਨੂੰ ਟੈਕਸੇਬਲ ਇਨਕਮ ਬਣਾਉਣਾ ਪਏਗਾ। ਇਹ ਪੂਰਾ ਪ੍ਰੋਸੈਸ ਮਨੀ ਲਾਂਡਰਿੰਗ ਕਹਿੰਦੇ ਆਪਾਂ ਇਹਨੂੰ। ਜਿਹੜੇ ਗਲਤ ਤਰੀਕਿਆਂ ਨਾਲ ਕਮਾਈ ਗਈ ਇਨਕਮ, ਉਹਨੂੰ ਸਹੀ ਇਨਕਮ ਦਿਖਾਣਾ, ਡਰਟੀ ਇਨਕਮ ਨੂੰ ਕਲੀਨ ਕਰ ਦੇਣਾ, ਜਿਸ ਤਰ੍ਹਾਂ ਕੱਪੜੇ ਧੋਨੇ ਆਪਾਂ। that is ਮਨੀ ਲਾਂਡਰਿੰਗ। ਗਲਤ ਇਨਕਮ ਸੀ, ਗਲਤ ਤਰੀਕਿਆਂ ਨਾਲ ਆਈ ਸੀ, ਤੇ ਆਪਾਂ ਉਹਨੂੰ ਸਹੀ ਦਿਖਾਣੀ ਹੈ, that is ਮਨੀ ਲਾਂਡਰਿੰਗ। ਠੀਕ ਹੈ ਜੀ, ਉਮੀਦ ਕਰਦਾ ਹੈ ਤੁਹਾਨੂੰ ਇੱਥੇ ਤੱਕ ਕਲੈਰਿਟੀ ਹੋਏਗੀ। ਨਾਓ ਵਾਟ ਇਜ਼ ਮਨੀ ਲਾਂਡਰਿੰਗ? ਇਹ ਐਕਚੁਅਲ ਡੈਫੀਨੇਸ਼ਨ ਆਪਣੇ ਲਾਅ ਵਿੱਚ ਦਿੱਤੀ ਗਈ ਹੈ, ਪਲੀਜ਼ ਇਹਦੇ ਵੱਲ ਦੇਖ ਲਓ, ਮੈਂ ਤੁਹਾਨੂੰ ਇੱਕ ਵਾਰ ਪੜ੍ਹ ਕੇ ਦੱਸ ਦਿੰਦਾ। ਮਨੀ ਲਾਂਡਰਿੰਗ ਕੀ ਹੈ? whosoever directly or indirectly attempts to indulge or knowingly assists or knowingly is a party or is actually involved in any process or activity connected with the proceeds of crime and projecting it as untainted property shall be guilty of the offense of money laundering। ਤੁਸੀਂ ਸਰ ਫੜ ਕੇ ਬਹਿ ਗਏ ਹੋਗੇ, ਮੈਨੂੰ ਪਤਾ। ਤੁਸੀਂ ਕਹਿਣਾ ਕਿ ਸਰ ਇਹ ਕੀ ਕਰਾਈ ਜਾ ਰਹੇ ਹੋ, ਇਹ ਤੇ ਪੱਲੇ ਹੀ ਨਹੀਂ ਪੈ ਰਿਹਾ। ਪੰਜਾਬੀ 'ਚ ਵੀ ਪੜ੍ਹ ਲਓਗੇ ਤਾਂ ਮੇਰੀ ਸਮਝ ਆਉਣਾ। ਤੁਸੀਂ ਕਹਿਣਾ ਕਿ ਕੀ ਗੱਲ ਕੀ ਹੋ ਰਹੀ ਹੈ ਸਰ? ਤੇ ਜੇ ਪਿਆਰਿਓ ਤੁਹਾਨੂੰ ਵੀ ਇਹ ਫੀਲ ਹੋ ਰਿਹਾ ਨਾ, ਤੁਹਾਨੂੰ ਵੀ ਇਹ ਫੀਲ ਹੋ ਰਿਹਾ ਕਿ ਨਹੀਂ ਗੱਲ ਪੱਲੇ ਨਹੀਂ ਪਈ, ਮੈਨੂੰ ਬਸ 2 ਮਿੰਟ ਦਾ ਵਕਤ ਦੇ ਦਿਓ। 2 ਮਿੰਟ ਦੇ ਬਾਅਦ ਤੁਹਾਨੂੰ ਇਹ ਪੂਰਾ ਕਨਸੈਪਟ ਮੈਂ ਕਲੀਅਰ ਕਰਾ ਦੂੰਗਾ, ਇਹ ਮੇਰੀ ਗਰੰਟੀ ਹੈ। ਠੀਕ ਹੈ ਜੀ, ਚਲੋ ਜੀ। ਹੁਣ ਮੈਨੂੰ ਇੱਕ ਗੱਲ ਦੱਸੋ, ਜੇ ਮੈਂ ਤੁਹਾਡੇ ਤੋਂ ਪੁੱਛਾਂ, ਇੱਕ ਜਦੋਂ ਆਪਾਂ ਘਰੇ ਹੁੰਨੇ ਆ, ਕਦੀ ਕੱਪੜੇ ਧੋ ਕੇ ਦੇਖੇ ਆ? ਹੈਵ ਯੂ ਐਵਰ ਵਾਸ਼ਡ ਕਲੋਥਸ? ਕੱਪੜੇ ਧੋ ਕੇ ਦੇਖੇ ਆ ਜੀ? ਦੱਸੋ, ਮੈਂ ਆਹੀ ਪੁੱਛ ਰਿਹਾ ਪੰਜਾਬੀ 'ਚ ਵੀ, ਕੀ ਤੁਸੀਂ ਕਦੇ ਕੱਪੜੇ ਧੋਤੇ ਨੇ? ਦੱਸੋ ਜੀ, ਕੀਤਾ ਜੀ ਕਦੀ? ਇਹ ਕੀਤਾ ਹੋਣਾ ਤੁਸੀਂ, ਓਕੇ, ਕਮੈਂਟਸ ਵਿੱਚ ਜ਼ਰੂਰ ਦੱਸਿਓ। ਤੇ ਤੁਹਾਨੂੰ ਪਤਾ ਹੈ ਕੱਪੜੇ ਵੀ ਇਦਾਂ ਨਹੀਂ ਧੋਏ ਜਾਂਦੇ। ਕੱਪੜੇ ਧੋਣ ਦੀਆਂ 3 ਸਟੇਜਿਸ ਨੇ। ਦੇयर ਆਰ 3 ਸਟੇਜਿਸ ਆਫ ਕਲੀਨਿੰਗ ਦ ਕਲੋਥਸ। ਠੀਕ ਹੈ ਜੀ, ਮੈਂ ਸਹੀ ਕਹਿ ਰਿਹਾ ਕਿ ਨਹੀਂ? ਆਓ ਦੇਖਦੇ ਹਾਂ। ਪਹਿਲੀ ਸਟੇਜ ਕੀ ਹੈ? ਸਭ ਤੋਂ ਪਹਿਲਾਂ ਜਿਹੜੇ ਕੱਪੜੇ ਆ ਨਾ, ਤੁਸੀਂ ਕਦੀ ਮੰਮੀ ਨੂੰ ਪੁੱਛ ਕੇ ਦੇਖਿਓ, ਜੇ ਆਪ ਨਹੀਂ ਧੋਤੇ, ਮੰਮੀ ਕਹਿਣਗੇ ਆ ਚਿੱਟੇ ਵਾਲੇ ਕੱਪੜੇ ਅਲੱਗ ਕਰਦੇ ਪੁੱਤ, ਜਿਹੜੇ ਜ਼ਿਆਦਾ ਰੰਗ ਛੱਡਦੇ ਆ ਜਾਂ ਭੜਕੀਲੇ ਜਿਹੇ ਕੱਪੜੇ ਆ ਪੁੱਤ, ਉਹਨਾਂ ਨੂੰ ਅਲੱਗ ਕਰਦੇ, ਤੇ ਕਾਲੇ ਵਾਲੇ ਅਲੱਗ ਕਰਦੇ। ਠੀਕ ਹੈ ਜੀ, ਜਦੋਂ ਆਪਾਂ ਮਸ਼ੀਨ ਵਿੱਚ ਪਾਉਣ ਲੱਗਦੇ ਆ ਕੱਪੜੇ, ਤੇ ਆਪਾਂ ਕਹਿੰਦੇ ਉਹਨਾਂ ਨੂੰ ਅਲੱਗ-ਅਲੱਗ ਕਰ ਦਿਓ, ਹੁੰਦਾ ਹੈ ਨਾ? ਇਹ ਹੈ ਫਸਟ ਸਟੇਜ। ਸੈਕਿੰਡ ਸਟੇਜ ਹੈ ਕਿ ਆਪਾਂ ਕੱਪੜੇ ਅੰਦਰ ਪਾ ਦਿੱਤੇ ਮਸ਼ੀਨ ਵਿੱਚ, ਜਾਂ ਜਦੋਂ ਆਪਾਂ ਮੈਨੂਅਲੀ ਥਾਪੀਆਂ ਮਾਰਦੇ ਹਾਂ, ਪਿੰਡਾਂ 'ਚ ਹੁੰਦਾ, ਅੱਜ ਵੀ ਟ੍ਰੈਂਡ ਚੱਲਦਾ ਹੋਏਗਾ ਥਾਪੀਆਂ ਮਾਰਨ ਦਾ। ਤੇ ਆਪਾਂ ਜਦੋਂ ਥਾਪੀਆਂ ਮਾਰਦੇ ਹਾਂ, ਆਪਾਂ ਕੀ ਕਰਦੇ ਹਾਂ? ਸਰਫ ਪਾਉਂਦੇ ਹਾਂ, ਬਾਰ-ਬਾਰ ਥਾਪੀ, ਜਦ ਤੱਕ ਉਹ ਸਾਫ਼ ਨਹੀਂ ਹੁੰਦਾ ਨਾ, ਉਹਨੂੰ ਥਾਪੀਆਂ ਹੀ ਮਾਰੀ ਜਾਈਦੀ ਹੈ, ਬਾਰ-ਬਾਰ ਥਾਪੀਆਂ ਮਾਰਦੇ ਹਾਂ ਆਪਾਂ ਉਹਨੂੰ। ਤੇ ਤੀਸਰੀ ਤੇ ਆਖਰੀ ਸਟੇਜ ਕੀ ਹੁੰਦੀ ਹੈ ਪਿਆਰਿਓ? ਤੀਸਰੀ ਤੇ ਆਖਰੀ ਸਟੇਜ ਆਪਣੀ ਕੀ ਹੈ? ਉਹਨੂੰ ਬਾਹਰ ਕੱਢ ਲਓ ਬਈ, ਸੁਕਾ ਦਿਓ, ਬਾਹਰ ਕੱਢ ਲਓ, ਸੁਕਾ ਦਿਓ ਤੇ ਪਾ ਲਓ, ਗੱਲ ਖਤਮ ਹੋ ਗਈ। ਤੀਸਰੀ ਸਟੇਜ ਆਖਰੀ ਸਟੇਜ ਆ ਆਪਣੀ, ਕਿ ਕੱਪੜੇ ਧੁੱਲ ਚੁੱਕੇ ਹੈ, ਸਭ ਕੁਝ ਹੋ ਚੁੱਕਿਆ ਹੈ, ਬਸ ਸੁਕਾਣੇ ਰਹਿ ਗਏ ਨੇ ਤੇ ਪਾਉਣੇ ਰਹਿ ਗਏ ਨੇ। ਇਦਾਂ ਹੀ ਹੁੰਦਾ ਕੱਪੜੇ ਧੋਣ ਦਾ। ਇਸ ਤੋਂ ਅਲੱਗ ਢੰਗ ਤਾਂ ਨਹੀਂ ਹੈ ਕੋਈ, ਇਹੀ ਢੰਗ ਹੁੰਦਾ। ਜੇ ਮਸ਼ੀਨ 'ਚ ਧੋਣੇ ਆ ਤਾਂ ਵੀ ਇਦਾਂ ਹੀ ਕਰਨਾ ਪੈਂਦਾ ਹੈ। ਸੇਮ ਇਜ਼ ਦਾ ਪ੍ਰੋਸੈਸ ਆਫ ਮਨੀ ਲਾਂਡਰਿੰਗ ਪਿਆਰਿਓ। ਪਹਿਲੀ ਗੱਲ ਕੀ ਕੀਤੀ ਸੀ? ਕੱਪੜਿਆਂ ਨੂੰ ਸੈਗਰੀਗੇਟ ਕਰਨਾ, ਉਹਨੂੰ ਆਪਾਂ ਕਹਿੰਦੇ ਆ ਪਲੇਸਮੈਂਟ ਸਟੇਜ। ਫਿਰ ਸਰਫ ਪਾਉਣਾ, ਥਾਪੀਆਂ ਮਾਰਨੀ ਹੈ, ਲੇਅਰਿੰਗ ਸਟੇਜ। ਐਂਡ ਲਾਸਟ ਸਟੇਜ ਆਪਣੀ ਆਉਂਦੀ ਹੈ ਇੰਟੀਗ੍ਰੇਸ਼ਨ ਸਟੇਜ, ਜਦੋਂ ਕੱਪੜੇ ਇੱਕਦਮ ਸਾਫ਼ ਹੋ ਗਏ, ਧੁੱਲ ਗਏ ਤੇ ਪਾਉਣ ਲਈ ਰੈਡੀ ਹੋ ਗਏ। ਹੋਰ ਡਿਟੇਲ 'ਚ ਸਮਝੀਏ? ਆ ਜਾਓ, ਹੋਰ ਡਿਟੇਲ 'ਚ ਸਮਝੋ। ਆ ਜਾਓ ਜੀ, ਪਲੇਸਮੈਂਟ ਸਟੇਜ ਕੀ ਕਿਹਾ ਸੀ? ਪਹਿਲੀ ਸਟੇਜ ਕਿਹੜੀ ਹੁੰਦੀ ਹੈ? ਜਦੋਂ ਕੱਪੜੇ ਅੱਡ-ਅੱਡ ਕਰਦੇ ਹਾਂ ਆਪਾਂ, ਕਿ ਚਿੱਟਾ ਕੱਪੜਾ ਕਾਲੇ ਤੋਂ ਅਲੱਗ ਕਰਦੀ ਹੈ, ਰੰਗ ਵਾਲਾ ਕੱਪੜਾ ਅੱਡ ਕਰਦੀ ਹੈ। ਉਸੇ ਤਰ੍ਹਾਂ ਜਿਹੜੀ ਪਲੇਸਮੈਂਟ ਸਟੇਜ ਹੈ, ਜਿਹੜਾ ਕੈਸ਼ ਹੈ ਨਾ, ਸਭ ਤੋਂ ਪਹਿਲਾਂ ਉਹਨੂੰ ਛੋਟੀ ਟ੍ਰਾਂਜੈਕਸ਼ਨਸ ਵਿੱਚ ਅੱਡ ਕੀਤਾ ਜਾਂਦਾ। ਜਿਹੜਾ ਵੀ ਕੈਸ਼ ਤੁਹਾਡੇ ਕੋਲ ਬਲੈਕ ਮਨੀ ਪਿਆ ਹੈ, ਕਦੀ ਤੁਸੀਂ ਇਦਾਂ ਨਹੀਂ ਕਹੋਗੇ ਕਿ ਦੇਖੋ ਜੀ ਬਹੁਤ ਸਾਰਾ ਕੈਸ਼ ਮੈਂ ਇਕੱਠਾ ਰੱਖਾਂ। ਜਿਹੜਾ ਬਹੁਤ ਸਾਰਾ ਕੈਸ਼ ਇਕੱਠਾ ਰੱਖਦਾ ਹੈ ਉਹ ਮੁਰਖ ਹੁੰਦਾ। ਜੇ ਤੁਸੀਂ
ਕਦੀ ਇਦਾਂ ਕਰ ਵੀ ਰਹੇ ਹੋ ਨਾ ਕੰਮ ਇਹੋ ਜਿਹਾ ਤੇ ਇੰਨਾ ਸਾਰਾ ਪੈਸਾ ਰੱਖ ਲਿਆ ਇਕੱਠਾ ਤੇ ਉਹ ਮੂਰਖ ਹੈ, ਕਿਉਂਕਿ ਉੱਥੇ ਰੇਡ ਪੈਣੀ ਹੈ ਤੇ ਫਿਰ 100 ਕਰੋੜ ਨਿਕਲਣਾ। ਤੇ ਕਰਦੇ ਕੀ ਹੈ ਜਿਹੜੇ ਸਮਝਦਾਰ ਹੈ, ਜਿਹੜੇ ਆ ਮਨੀ ਲਾਂਡਰਿੰਗ ਐਕਚੁਅਲੀ ਕਰਦੇ ਆ ਨਾ, ਉਹ ਕੀ ਕਰਦੇ ਆ, ਲਾਰਜ ਅਮਾਉਂਟ ਆਫ ਕੈਸ਼ ਹੁੰਦਾ ਪਰ ਉਹਨੂੰ ਛੋਟੀ ਟ੍ਰਾਂਜੈਕਸ਼ਨਸ ਵਿੱਚ ਦੇ ਬ੍ਰੇਕ ਇਟ ਡਾਊਨ ਇਨਟੂ what do we say large amounts। ਠੀਕ ਹੈ ਪਿਆਰਿਓ, ਤੇ ਇਹ ਆਪਣੀ ਗੱਲ ਇੱਥੇ ਹੁੰਦੀ ਹੈ। ਤਾਂ ਹੁਣ ਜਦੋਂ ਉਹਨਾਂ ਨੇ ਕੈਸ਼ ਨੂੰ ਛੋਟੀ ਟ੍ਰਾਂਜੈਕਸ਼ਨਸ ਵਿੱਚ ਕਰਤਾ, ਛੋਟੀ ਟ੍ਰਾਂਜੈਕਸ਼ਨ ਵਿੱਚ ਡਿਵਾਈਡ ਕਰਤਾ, ਫਿਰ ਕੀ ਕਰਦੇ ਆ, ਉਹਨੂੰ ਸਿਸਟਮ ਵਿੱਚ ਪਾਉਂਦੇ ਆ। ਮਤਲਬ ਜਿਸ ਤਰ੍ਹਾਂ ਆਪਾਂ ਕੱਪੜੇ ਕਿਸ ਤੇ ਪਾਉਂਦੇ ਆ, ਵਾਸ਼ਿੰਗ ਮਸ਼ੀਨ 'ਚ ਪਾਉਂਦੇ ਆ ਨਾ, ਉਸੇ ਤਰ੍ਹਾਂ ਇਹ ਉਹਦੇ ਸਿਸਟਮ ਵਿੱਚ ਪਾਉਂਦੇ ਆ। ਦੇਖੀਏ ਕਿਸ ਤਰ੍ਹਾਂ। ਸੀ ਦ ਨੈਕਸਟ ਸਟੇਜ ਲੇਅਰਿੰਗ ਸਟੇਜ। ਇਹਦੇ ਵਿੱਚ ਕੀ ਹੁੰਦਾ, ਜਿਸ ਤਰ੍ਹਾਂ ਆਪਾਂ ਥਾਪੀਆਂ ਮਾਰ ਕੇ, ਸਰਫ ਪਾ ਕੇ, ਮਾਰ ਕੇ, ਬਾਰ-ਬਾਰ ਕਰਕੇ ਕੱਪੜੇ ਨੂੰ ਨਾ ਸ਼ਿੰਗਾਰਦੇ ਆ, ਨਰਿਸ਼ਦੇ ਆ ਉਹਨੂੰ। ਇਸੇ ਤਰ੍ਹਾਂ ਇਸ ਸਟੇਜ ਵਿੱਚ ਜਿਹੜਾ ਪੈਸਾ ਹੁੰਦਾ ਨਾ, ਜਿਹੜਾ ਵੀ ਪੈਸਾ ਹੁੰਦਾ ਹੈ ਉਹਨੂੰ ਕੀ ਕੀਤਾ ਜਾਂਦਾ ਹੈ, ਨਿਖਾਰਿਆ ਜਾਂਦਾ ਹੈ। ਉਹਨੂੰ ਇੰਨਾ ਸਾਫ਼ ਕਰ ਦਿੱਤਾ ਜਾਂਦਾ ਹੈ ਕਿ ਬਈ ਉਹ ਅਸਲ ਕੱਪੜਾ ਜਾਂ ਫਿਰ ਅਸਲ ਪੈਸਾ ਪਛਾਣਿਆ ਹੀ ਨਾ ਜਾਵੇ। ਕਿਸ ਤਰ੍ਹਾਂ ਕਰੋਗੇ, ਉਹਨੂੰ ਕਰੰਸੀ ਚੇਂਜ ਕਰਦੀ। ਪੈਸਾ ਜਿਹੜਾ ਆਇਆ ਸੀਗਾ ਆਪਣੇ ਕੋ ਰਿਸ਼ਵਤ ਆਈ ਸੀ, ਫੋਰ ਐਗਜ਼ਾਮਪਲ ਇੰਡੀਅਨ ਕਰੰਸੀ 'ਚ, ਆਪਾਂ ਜਲਦੀ ਗਏ, ਆਪਾਂ ਹਵਾਲਾ ਟ੍ਰਾਂਜੈਕਸ਼ਨ ਕਰਾਤੀ ਤੇ ਹੁਣ ਕਰੰਸੀ ਆਪਣੇ ਕੋ ਕਿਹੜੀ ਹੋ ਗਈ, ਫੋਰ ਐਗਜ਼ਾਮਪਲ ਦਰਹਾਮ 'ਚ ਆ ਗਏ, ਆਪਾਂ ਕਰੰਸੀ ਚੇਂਜ ਕਰਾਤੀ। ਫਿਰ ਆਪਣੇ ਕੋ ਪੈਸਾ ਆ ਗਿਆ, ਕੀ ਕਿਹਾ ਸੀ, ਲਾਰਜ ਅਮਾਊਂਟ ਆਫ ਮਨੀ ਆ ਗਿਆ। ਛੋਟੀ ਟ੍ਰਾਂਜੈਕਸ਼ਨ ਕਰਕੇ ਇੱਕ ਆਪਣੇ ਭਰਾ ਦੇ ਅਕਾਊਂਟ 'ਚ ਪੈਸੇ ਪਵਾਤੇ, ਕੋਈ ਮਾਸੀ ਦੇ ਮੁੰਡੇ ਦੇ ਪਵਾਤੇ, ਕੋਈ ਭੂਆ ਦੇ ਮੁੰਡੇ ਦੇ ਪੈਸੇ ਪਵਾਤੇ ਜੀ। ਕਰ ਕੀ ਰਹੇ ਆਪਾਂ, ਬ੍ਰੇਕਿੰਗ ਡਾਊਨ ਇਨਟੂ ਸਮਾਲ ਅਮਾਊਂਟਸ। ਠੀਕ ਹੈ, ਸਮਾਲ ਅਮਾਊਂਟਸ ਬ੍ਰੇਕ ਕਰਕੇ, ਜਾਂ ਫਿਰ ਹੋਰ ਇਹ ਦੇਖੋ, ਇਹ ਚੀਜ਼ਾਂ ਵੀ ਹੋ ਸਕਦੀਆਂ, ਹਾਈ ਵੈਲਿਊ ਆਈਟਮਸ ਖਰੀਦ ਲਓ। ਹੁਣ ਜਿਹੜਾ ਦਿਲਜੀਤ ਵਾਲੀ ਗੱਲ ਹੋ ਰਹੀ ਹੈ ਨਾ ਪਿਆਰਿਓ, ਉਹ ਇੱਥੇ ਆਂਦੀ ਹੈ ਗੱਲ। ਮੈਂ ਕੀ ਕਿਹਾ ਸੀ ਸਟਾਰਟਿੰਗ ਦੀ, ਮੇਰੀ ਗੱਲ ਯਾਦ ਕਰੋ। ਲੱਖ ਰੁਪਏ ਦੀ ਟਿਕਟ ਕੌਣ ਖਰੀਦ ਸਕਦਾ ਹੈ ਯਾਰ, ਸਾਡੇ ਵਰਗੇ ਮਿਡਲ ਕਲਾਸ ਤਾਂ ਨਹੀਂ ਖਰੀਦ ਸਕਦੇ। ਕੌਣ ਖਰੀਦੇਗਾ ਫਿਰ? ਜਿਹੜੀ ਮਹਿੰਗੀ ਲੱਖ ਦੀ ਟਿਕਟ ਹੈ, ਉਹ ਇਹ ਖਰੀਦਣਗੇ ਜਿਨ੍ਹਾਂ ਕੋਲ ਬਲੈਕ ਮਨੀ ਹੈ। ਉਹੀ ਲਾਊਗਾ ਬਈ ਇੰਨਾ ਪੈਸਾ ਦਿਲਜੀਤ ਦੇ ਕੌਂਸਰਟ ਵਾਸਤੇ। ਲੱਖ ਰੁਪਏ ਤਾਂ ਉਹੀ ਲਾ ਸਕਦਾ, 10-15 ਹਜ਼ਾਰ ਤੇ ਚਲੋ ਆਪਾਂ ਵੀ ਲਾ ਲਈਏ, ਪਰ ਲੱਖ ਰੁਪਏ ਤੇ ਉਹੀ ਲਾਊਗਾ ਨਾ। ਤੇ ਫਿਰ ਹੇਅਰ ਕਮਸ ਈਡੀ। ਫਿਰ ਈਡੀ ਇੱਥੇ ਆ ਕੇ ਤੁਹਾਨੂੰ ਫੜ ਲੈਂਦੀ ਹੈ ਕਿ ਬਈ ਇੰਨਾ ਪੈਸਾ ਤੇਰੇ ਕੋ ਆਇਆ ਕਿੱਥੋਂ, ਇਹ ਤੇ ਦੱਸ। ਠੀਕ ਹੈ ਜੀ, ਸੈਕਿੰਡ ਸਟੇਜ। ਹੁਣ ਲਾਸਟ ਸਟੇਜ, ਜਦੋਂ ਕੱਪੜੇ ਧੋ ਕੇ ਬਾਹਰ ਕੱਢ ਲਏ ਤੇ ਪਾਉਣ ਵਾਲੇ ਹੋ ਗਏ, ਇਹਨੂੰ ਆਪਾਂ ਕਹਿੰਦੇ ਲਾਸਟ ਇੰਟੀਗ੍ਰੇਸ਼ਨ ਸਟੇਜ। ਇੰਟੀਗ੍ਰੇਸ਼ਨ ਕਿਉਂ? ਕਿਉਂਕਿ ਇਹ ਸਿਸਟਮ ਨਾਲ ਹੁਣ ਇੰਟੀਗ੍ਰੇਟ ਹੋ ਗਿਆ ਉਹ ਪੈਸਾ। ਹੁਣ ਉਹ ਡਰਟੀ ਰਿਹਾ ਹੀ ਨਹੀਂ, ਹੁਣ ਉਹ ਗੰਦਾ ਰਿਹਾ ਹੀ ਨਹੀਂ, ਹੁਣ ਉਹ ਲੈਜੀਟੀਮੇਟ ਮਨੀ ਬਣ ਗਿਆ। ਤੇ ਫਿਰ ਹੁਣ ਕੀ ਹੋ ਗਿਆ, ਤੁਸੀਂ ਜਿਹੜਾ ਪੈਸਾ ਆਇਆ ਉਹਦੇ ਤੁਸੀਂ ਲਗਜ਼ਰੀ ਐਸੈਟਸ ਖਰੀਦ ਲਏ, ਗੱਡੀਆਂ ਖਰੀਦ ਲੀਆਂ। ਠੀਕ ਹੈ, ਹੁਣ ਇਹਦੀ ਐਗਜ਼ਾਮਪਲ ਜੇ ਆਪਾਂ ਪੂਰੀ ਸਟੇਜ ਨੂੰ ਸਮਝਣਾ ਹੈ, ਇਹਦੀ ਐਗਜ਼ਾਮਪਲ ਲਈਏ। ਇੱਕ ਬੰਦਾ ਸਪੋਜ਼ ਕਰੋ ਡਰੱਗਸ ਵੇਚਦਾ, ਡਰੱਗਸ ਤੋਂ ਪੈਸਾ ਆ ਗਿਆ, ਪਹਿਲੀ ਸਟੇਜ ਪੈਸਾ ਆ ਗਿਆ। ਹੁਣ ਉਹ ਕੀ ਕਰੇਗਾ, ਡਰੱਗ ਨੂੰ, ਪੈਸੇ ਨੂੰ, ਜਿਹੜਾ ਵੀ ਉਹਦੇ ਕੋਲ ਪੈਸਾ ਆਏਗਾ ਉਹਨੂੰ ਇੱਕ ਲੈਜੀਟੀਮੇਟ ਕਰਾਉਣ ਲਈ ਨਾ ਉਹਨੇ ਫੋਰ ਐਗਜ਼ਾਮਪਲ ਕਾਰ ਵਾਸ਼ ਲੈ ਲਿਆ, ਇੱਕ ਕਾਰ ਵਾਸ਼ ਖਰੀਦ ਲਿਆ। ਉਸ ਕਾਰ ਵਾਸ਼ ਵਿੱਚ ਉਹ ਨਕਲੀ ਹੀ ਪਰਚੀਆਂ ਕੱਟੀ ਜਾਂਦਾ ਹੈ, ਕਾਰ ਵਾਸ਼ ਵਿੱਚ ਨਕਲੀ ਪਰਚੀਆਂ ਕੱਟੀ ਜਾਂਦਾ ਹੈ। ਸੈਕਿੰਡ ਸਟੇਜ, ਜਿਹੜੀ ਨਕਲੀ ਪਰਚੀ ਕੱਟ ਰਿਹਾ ਹੈ ਉਹ ਸ਼ੋਅ ਕਰ ਰਿਹਾ ਹੈ ਦੈਟ ਮੇਰੇ ਕੋਲ ਕਸਟਮਰ ਬਹੁਤ ਹੈ, ਕਿ ਦੇਖੋ ਜੀ ਮੈਂ ਤੇ 2 ਲੱਖ ਦੀ ਸੇਲ ਕਰ ਰਿਹਾ ਇੱਕ ਦਿਨ ਵਿੱਚ, ਪਰ ਸੇਲ ਕੁਛ ਨਹੀਂ ਹੋ ਰਹੀ, ਉਹ ਡੰਮੀ ਕੰਮ ਚੱਲੀ ਜਾ ਰਿਹਾ। ਤੇ ਪੈਸਾ ਕਿੱਧਰੋਂ ਪਾਈ ਜਾ ਰਿਹਾ, ਸੇਲ ਤੇ ਸ਼ੋਅ ਕਰਨੀ ਹੈ, ਟੈਕਸ ਤੇ ਦੇਣਾ ਹੀ ਹੈ, ਟੈਕਸ ਦੇਣ ਨੂੰ ਤਿਆਰ ਹੈ। ਤੇ ਪੈਸਾ ਕਿੱਧਰੋਂ ਪਾ ਰਿਹਾ ਜੀ, ਉਹ ਪੈਸਾ ਪਾ ਰਿਹਾ ਜਿਹੜਾ ਬਲੈਕ ਦਾ ਡਰੱਗਸ ਵੇਚ ਕੇ ਇਕੱਠਾ ਕੀਤਾ। ਤੇ ਜਿਹੜਾ ਪੈਸਾ ਇਨਕਮ ਟੈਕਸ ਲੱਗ ਗਿਆ, ਇਨਕਮ ਟੈਕਸ ਦੇਣ ਤੋਂ ਬਾਅਦ ਜਦੋਂ ਰਿਟਰਨ ਭਰਤੀ, ਉਸ ਤੋਂ ਬਾਅਦ ਜਿਹੜੀ ਇਨਕਮ ਹੈ ਨਾ, ਉਸ ਨਾਲ ਜੋ ਮਰਜ਼ੀ ਕਰੋ, ਉਸ ਤੋਂ ਜੋ ਮਰਜ਼ੀ ਕਰੋ, ਜੋ ਮਰਜ਼ੀ ਖਰੀਦੋ, ਕਿਉਂਕਿ ਉਹ ਤੁਹਾਡੀ, ਜਿਹਨੂੰ ਆਪਾਂ ਦੇਸੀ ਭਾਸ਼ਾ 'ਚ ਕਹਿੰਦੇ ਹਾਂ, ਤੁਹਾਡੀ ਵਾਈਟ ਇਨਕਮ ਹੈ। ਫਿਰ ਉਹ ਬਲੈਕ ਦੀ ਇਨਕਮ ਨਹੀਂ ਰਹੀ। ਸਮਝ ਆ ਗਿਆ ਜੀ? ਦਿਸ ਇਜ਼ ਦਾ ਹੋਲ ਪ੍ਰੋਸੈਸ ਆਫ ਮਨੀ ਲਾਂਡਰਿੰਗ। ਠੀਕ ਹੈ, ਹੁਣ ਇਹ ਦੇਖ ਲਓ ਕੀ ਕਹਿ ਰਹੇ ਆ ਭਾਈ ਸਾਹਿਬ, ਲਾ ਬਾਬਾ 5 ਕਰੋੜ। ਕਿਉਂਕਿ ਜਦੋਂ ਇੰਟੀਗ੍ਰੇਸ਼ਨ ਹੋ ਗਈ, ਜਦੋਂ ਤੁਹਾਡਾ ਪੈਸਾ ਡਰੱਗ ਵਾਲਾ ਸੀਗਾ, ਤੁਸੀਂ ਨਕਲੀ ਬਣਾ ਲਿਆ, ਉਸ ਤੋਂ ਬਾਅਦ ਵਾਪਸ ਆ ਗਿਆ, ਫਿਰ ਤੇ ਆਹੀ ਕਹਿਣਾ ਤੁਸੀਂ ਕਿ ਲਿਆ ਵੀ ਡਰੱਗ ਤੋਂ ਬੜਾ ਕਮਾ ਲਿਆ, ਲੇਕਿਨ ਹੁਣ 5 ਕਰੋੜ ਲੈ ਕੇ ਆ। ਕਿਉਂ? ਕਿਉਂਕਿ ਹੁਣ ਤੇ ਸਭ ਕੁਝ ਹੋ ਗਿਆ, ਉਹ ਮਨੀ ਬਲੈਕ ਦਾ ਵਾਈਟ ਬਣ ਚੁੱਕਿਆ ਪਿਆਰਿਓ।
ਠੀਕ ਹੈ ਜੀ। ਹੁਣ ਮਨੀ ਲਾਂਡਰਿੰਗ ਸਾਨੂੰ ਸਮਝ ਆ ਗਿਆ, ਜਿੰਨਾ ਕੁ ਸਾਡੇ ਪੇਪਰ ਲਈ ਰਿਕੁਆਇਰਡ ਸੀ। ਹੁਣ ਆਪਾਂ ਗੱਲ ਕਰਾਂਗੇ ਇਹਨੂੰ ਪ੍ਰੀਵੈਂਟ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਹਾਊ ਟੂ ਪ੍ਰੀਵੈਂਟ ਮਨੀ ਲਾਂਡਰਿੰਗ। ਤੇ ਪਿਆਰਿਓ, PMLA ਐਕਟ ਬਹੁਤ ਜ਼ਿਆਦਾ ਇਹ ਨਿਊਜ਼ ਵਿੱਚ ਵੀ ਰਿਹਾ ਸੀ। ਬਹੁਤ ਸਾਰੇ ਜਿਹੜੇ, ਜਿੱਦਾਂ ਹੁਣ ਤੁਸੀਂ ਦਿੱਲੀ ਕੇਸ ਦੇਖਿਆ ਹੋਣਾ, ਮਨੀਸ਼ ਸਿਸੋਦੀਆ ਹੋ ਗਿਆ, ਕੇਜਰੀਵਾਲ ਸਾਹਿਬ ਹੋ ਗਏ, ਇਹਨਾਂ ਸਾਰਿਆਂ ਨੂੰ ਇਸ ਐਕਟ ਦੇ ਅੰਡਰ, ਇਸ ਐਕਟ ਦਾ ਸੈਕਸ਼ਨ 3 ਹੋ ਗਿਆ, ਸੈਕਸ਼ਨ 24 ਹੋ ਗਿਆ, ਉਹ ਲਗਾ ਕੇ ਹੀ ਅੰਦਰ ਕੀਤਾ ਗਿਆ ਸੀ। ਠੀਕ ਹੈ ਜੀ। ਤੇ ਇਹ ਐਕਟ ਜਿਹੜਾ ਹੈ ਇਹੀ ਈਡੀ ਨੂੰ ਪਾਵਰ ਦਿੰਦਾ ਹੈ। ਦੇਖੋ ਪਹਿਲਾਂ ਕੀ ਲਿਖਿਆ ਹੈ, ਈਡੀ ਨੂੰ ਪਾਵਰ ਦਿੰਦਾ ਹੈ ਟੂ ਕੰਡਕਟ ਮਨੀ ਲਾਂਡਰਿੰਗ ਰੇਡਸ। ਫਿਰ ਇੱਕ ਹੋਰ ਚੀਜ਼ ਹੈ ਜੀ, ਆਹ ਦੇਖੋ ਕੀ ਲਿਖਿਆ ਹੈ, FIUIND ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ, ਇਹਨੂੰ ਵੀ ਪਾਵਰ ਪ੍ਰੋਵਾਈਡ ਕਰਦਾ ਹੈ, ਜਿਹਦੇ ਵਿੱਚ ਈਡੀ ਕੋ ਥੋੜੀ ਵੱਧ ਪਾਵਰ ਹੈ, ਈਡੀ ਕੋ ਥੋੜੀ ਘੱਟ ਪਾਵਰ ਪ੍ਰੋਵਾਈਡ ਕਰਦਾ ਹੈ। ਠੀਕ ਹੈ, ਡਿਟੇਲ 'ਚ ਆਪਾਂ ਗੱਲ ਕਰਾਂਗੇ ਆਪਣੀ ਪੇਡ ਕਲਾਸ ਵਿੱਚ। ਠੀਕ ਹੈ ਜੀ। ਹੁਣ ਇੱਥੇ ਦੇਖੋ, ਦ ਐਕਟ ਪ੍ਰਿਸਕ੍ਰਾਈਬਸ ਦ ਫਾਰਮੇਸ਼ਨ ਆਫ 3 ਮੈਂਬਰ ਅਥਾਰਟੀ। ਇੱਕ 3 ਮੈਂਬਰ ਅਥਾਰਟੀ ਬਣੇਗੀ। 3 ਮੈਂਬਰ ਅਥਾਰਟੀ ਕੀ ਕਰੇਗੀ, ਉਹ ਇਹ ਦੇਖੇਗੀ ਜੇ ਤੇ ਬਲੈਕ ਦੇ ਪੈਸੇ ਨਾਲ ਕੋਈ ਪ੍ਰੋਪਰਟੀ ਖਰੀਦੀ ਗਈ ਹੈ, ਹੁਣ ਉਹ ਪ੍ਰੋਪਰਟੀ ਕੁਝ ਵੀ ਹੋ ਸਕਦੀ ਹੈ, ਗੱਡੀ ਵੀ ਹੋ ਸਕਦੀ ਹੈ, ਮਕਾਨ ਵੀ ਹੋ ਸਕਦਾ ਹੈ, ਉਸ ਪ੍ਰੋਪਰਟੀ ਦਾ ਕੀ ਕਰਨਾ ਹੈ, ਜਾਂ ਮੈਂ ਹੋਰ ਸਪਸ਼ਟ ਭਾਸ਼ਾ 'ਚ ਕਹਾਂ ਤੇ ਕੀ ਉਸ ਪ੍ਰੋਪਰਟੀ ਨੂੰ ਕੌਨਫਿਸਕੇਟ ਕਰਨਾ। ਕੌਨਫਿਸਕੇਟ ਮਤਲਬ ਜ਼ਬਤ ਕਰਨਾ, ਜ਼ਬਤ ਕਰ ਲਿੱਤਾ ਜਾਵੇ। ਜ਼ਬਤ ਕਰਕੇ ਕੀ ਕੀਤਾ ਜਾਵੇ, ਬਈ ਸਰਕਾਰ ਰੱਖੇਗੀ ਆਪਣੇ ਕੋ, ਵੇਚ-ਵੂਚ ਕੇ ਪੈਸਾ ਲੈ ਆਏਗੀ। ਠੀਕ ਹੈ ਜੀ। ਸੋ ਦਿਸ ਇਜ਼ ਹਾਊ this problem is tackled in India via this act। ਹੁਣ ਇਹ ਐਕਟ ਪੇਪਰ ਵਾਸਤੇ ਆਪਣੇ ਬਹੁਤ ਇੰਪੋਰਟੈਂਟ ਹੈ। ਇਸ ਫੋਟੋ ਨੂੰ ਪਿਆਰਿਓ ਧਿਆਨ ਨਾਲ ਦੇਖੋ, ਇਟ ਆਲ ਰਿਪਰੈਜ਼ੈਂਟਸ ਜੋ ਵੀ ਆਪਣਾ ਐਕਟ ਹੈ ਨਾ, ਇਹਦੀ ਮੇਨ ਚੀਜ਼ਾਂ ਦੱਸ ਰਿਹਾ। ਸਭ ਤੋਂ ਮੇਨ ਚੀਜ਼ ਤੁਸੀਂ ਦੇਖਣੀ ਹੈ ਇੱਥੇ, ਸੈਕਸ਼ਨ 3 ਡੈਫੀਨੇਸ਼ਨ ਦੱਸਦਾ ਕਿ ਡਿਫਾਈਨ ਕਰਦਾ ਹੈ ਕਿ ਮਨੀ ਲਾਂਡਰਿੰਗ ਜਿਹੜੀ ਚੀਜ਼ ਹੈ ਉਹਦਾ ਓਫੈਂਸ ਕਿਸ ਚੀਜ਼ ਕਰਨ ਤੇ ਲਾਗੂ ਹੋ ਸਕਦਾ ਹੈ, ਧਾਰਾ ਲਾ ਸਕਦੀ ਹੈ। ਸਭ ਤੋਂ ਕੰਟਰੋਵਰਸ਼ੀਅਲ ਹੈ ਪਿਆਰਿਓ ਸੈਕਸ਼ਨ 24, ਜਿਹੜਾ ਤੁਸੀਂ ਯਾਦ ਰੱਖਣਾ ਹੈ। ਨੋਰਮਲ ਇੰਸਟੈਂਸਸ ਵਿੱਚ, ਫੋਰ ਐਗਜ਼ਾਮਪਲ, ਜੇ ਕਿਸੇ ਬੰਦੇ ਨੇ, ਰਾਮ ਨੇ ਸ਼ਾਮ ਨੂੰ ਕਿਹਾ ਕਿ ਸ਼ਾਮ ਨੇ ਕਤਲ ਕੀਤਾ, ਤੇ ਪ੍ਰੂਫ ਕਿਹਨੂੰ ਕਰਨਾ ਪਏਗਾ ਪਿਆਰਿਓ, ਦੱਸੋ ਪ੍ਰੂਫ ਕਿਹਨੂੰ ਕਰਨਾ ਪਏਗਾ। ਸ਼ਾਮ ਤੇ ਇੰਜਾਮ ਲੱਗਿਆ ਹੈ, ਲੇਕਿਨ ਪ੍ਰੂਫ ਤੇ ਰਾਮ ਨੂੰ ਕਰਨਾ ਪਏਗਾ ਨਾ। ਸਹੀ ਗੱਲ ਕਹਿ ਰਹੇ ਹਾਂ। ਮੈਂ ਕਿਸੇ ਰਾਹ ਜਾਂਦੇ ਤੇ ਥੋੜੀ ਇਲਜ਼ਾਮ ਲਗਾ ਸਕਦਾ ਹਾਂ ਕਿ ਇਹਨੇ ਮਰਡਰ ਕੀਤਾ। ਜੇ ਮੈਂ ਇਲਜ਼ਾਮ ਲਗਾ ਰਿਹਾ ਤੇ ਪ੍ਰੂਫ ਮੈਨੂੰ ਕਰਨਾ ਪੈਂਦਾ ਹੈ। ਇਹਨੂੰ ਆਪਾਂ ਕਹਿੰਦੇ ਆ ਬਰਡਨ ਆਫ ਪ੍ਰੂਫ ਇਨ ਲੀਗਲ ਲੈਂਗੁਏਜ। ਬਰਡਨ ਆਫ ਪ੍ਰੂਫ ਇਜ਼ ਵਿਦ ਮੀ, ਬਟ PMLA ਦੇ ਅੰਡਰ ਬਦਲਤਾ ਕੰਮ। ਅੰਡਰ ਦਿਸ ਸੈਕਸ਼ਨ 24, ਸੈਕਸ਼ਨ 24 ਦੇ ਅੰਦਰ ਬਰਡਨ ਆਫ ਪ੍ਰੂਫ ਰਿਵਰਸ ਕਰਤਾ। ਜੇ ਸਰਕਾਰ ਨੇ ਮੇਰੇ ਤੇ ਇਲਜ਼ਾਮ ਲਗਾਤਾ ਕਿ ਮੈਂ ਬਈ ਮਨੀ ਲਾਂਡਰ ਕੀਤਾ, ਤੇ ਮੇਰੇ ਤੇ ਪ੍ਰੂਫ ਹੈ ਕਿ ਮੈਂ ਸਰਕਾਰ ਨੂੰ ਪ੍ਰੂਫ ਕਰਾਂ ਕਿ ਮੈਂ ਨਹੀਂ ਕੀਤਾ, ਪੁੱਠੀ ਹੋ ਗਈ ਗੱਲ। ਠੀਕ ਹੈ ਜੀ, ਪੁੱਠੀ ਹੋ ਗਈ ਗੱਲ ਕਿ ਸਰਕਾਰ ਨੇ ਜਦੋਂ ਮੇਰੇ ਤੇ ਇਲਜ਼ਾਮ ਲਗਾਇਆ, ਹੱਲੇ ਪ੍ਰੂਵ ਨਹੀਂ ਹੋਇਆ, ਉਹ ਇਲਜ਼ਾਮ ਹੀ ਜਿਹੜਾ ਲਗਾਇਆ ਹੈ ਨਾ ਪਿਆਰਿਓ, ਉਹਨੂੰ ਹੀ ਕਹਿ ਰਹੇ ਨੇ, ਉਹਦੀ ਹੀ ਗੱਲ ਹੋ ਰਹੀ ਹੈ ਕਿ ਜਿਹੜਾ ਇਲਜ਼ਾਮ ਹੈ, ਵੀ ਆਰ ਡੀਮਿੰਗ ਯੂ ਗਿਲਟੀ ਆਲਰੇਡੀ। ਠੀਕ ਹੈ ਜੀ। ਸੋ ਦਿਸ ਇਜ਼ ਆਲਸੋ ਵਨ ਆਫ ਦਾ ਡਰਾਬੈਕ, ਜਾਂ ਫਿਰ ਇਹਨੂੰ ਆਪਾਂ ਕ੍ਰਿਟਿਸਿਜ਼ਮ ਆਫ ਦਿਸ ਐਕਟ ਵੀ ਕਹਿ ਦਿੰਦੇ ਹਾਂ। ਤੇ ਇਹਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਪਿਆਰਿਓ। ਠੀਕ ਹੈ ਜੀ। ਨਾਓ 2019 ਵਿੱਚ PMLA ਵਿੱਚ ਕੁਝ ਅਮੈਂਡਮੈਂਟਸ ਹੋਈਆਂ, ਜਿਨੇ PMLA ਐਕਟ ਨੂੰ ਜਾਂ ਮਨੀ ਲਾਂਡਰਿੰਗ ਕਰਬ ਕਰਨ ਨੂੰ ਹੋਰ ਜ਼ਿਆਦਾ ਪਾਵਰ ਦੇ ਦਿੱਤੀਆਂ। ਕਿੱਦਾਂ ਜੀ? ਪਹਿਲੀ ਗੱਲ ਦੇਖੋ, ਹੁਣ ਈਡੀ ਕੋਲ ਕੀ ਪਾਵਰ ਹੈ। ਜਿਹੜੇ ਇਹ ਆਪੋਜੀਸ਼ਨ ਵਾਲੇ ਨੇਤਾ ਵਿਚਾਰੇ ਚਲਾਉਂਦੇ ਰਹਿੰਦੇ ਆ, ਵਿਚਾਰੇ ਦੱਸਦੇ ਰਹਿੰਦੇ ਨੇ ਕਿ ਇਹ ਨਹੀਂ ਕਰਨਾ ਚਾਹੀਦਾ, ਉਹ ਇੱਥੇ ਹੈ ਗੱਲ। all the PMLA offenses will now be cognizable। cognizable ਦਾ ਕੀ ਮਤਲਬ ਹੁੰਦਾ ਹੈ ਕਿ ਪਹਿਲਾਂ ਵਾਰੰਟ ਨਹੀਂ ਲੈ ਕੇ ਆਣਾ। ਆਪਣਾ ਜਿਹੜਾ BNSS ਹੈ, ਉਹ ਕਹਿੰਦਾ ਹੈ ਕਿ ਬਿਨਾਂ ਵਾਰੰਟ ਤੋਂ, ਜਿਹੜਾ ਪਹਿਲਾਂ CRPC ਹੁੰਦਾ ਸੀ, ਉਹ ਕਹਿੰਦਾ ਸੀ ਜਦੋਂ ਤੁਹਾਡੇ ਕੋਲ ਵਾਰੰਟ ਹੈ, ਤੁਸੀਂ ਕ੍ਰਿਮੀਨਲ ਆਫੈਂਸ ਨੂੰ, ਕਿਸੇ ਨੂੰ ਜੇਲ੍ਹ ਕਰਨ ਜਾ ਰਹੇ ਹੋ, ਪਹਿਲਾਂ ਤੁਹਾਨੂੰ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਤੋਂ ਵਾਰੰਟ ਲੈਣਾ ਪੈਣਾ। ਪਰ ਇੱਥੇ ਕੋਗਨਾਈਜ਼ੇਬਲ ਆਫੈਂਸ ਮਤਲਬ ਨੋ ਵਾਰੰਟ ਇਜ਼ ਰਿਕੁਆਇਰਡ। ਪੁਲਿਸ ਕਦੀ ਵੀ, ਈਡੀ ਕਦੀ ਵੀ ਆ ਸਕਦੀ ਹੈ, ਤੁਹਾਨੂੰ ਚੱਕ ਕੇ ਲੈ ਕੇ ਜਾ ਸਕਦੀ ਹੈ ਪਿਆਰਿਓ। ਤੇ ਉਸ ਤੋਂ ਬਾਅਦ ਕੀ ਲਿਖਿਆ, ਨੌਨ ਬੇਲੇਬਲ ਬੇਲ ਵੀ ਨਹੀਂ ਹੋਣੀ ਇਹਦੀ, ਕਰਿਓ ਜੋ ਕਰਨਾ।
ਠੀਕ ਹੈ ਜੀ। ਤੇ 2019 ਨੇ ਇਹਨੂੰ ਹੋਰ ਸਟ੍ਰਿੰਜੈਂਟ ਕਰ ਦਿੱਤਾ ਐਂਡ ਉੱਪਰ ਦੇਖੋ ਜੀ ਕੀ ਲਿਖਿਆ ਗਿਆ ਹੈ। ਪਹਿਲਾਂ ਇਹ ਕਿਹਾ ਜਾਂਦਾ ਸੀ, ਪਹਿਲਾਂ ਜਿਹੜੀ ਪਹਿਲੀ ਐਕਟ ਸੀ ਉਹਦੇ ਵਿੱਚ ਕਿਹਾ ਸੀ ਜੇ FIR ਜਾਂ ਚਾਰਜ ਸ਼ੀਟ ਪਹਿਲਾਂ ਹੋਏਗੀ ਤੇ ਫਿਰ ਆਥੋਰਾਈਜ਼ਡ ਦੈਟ ਆਰ ਆਥੋਰਾਈਜ਼ਡ ਟੂ ਪ੍ਰੂਵ ਦ ਆਫੀਸ਼ੀਅਲਸ। ਪਰ ਹੁਣ ਕੀ ਹੈ, ਜਿਹੜੇ ਉਹ ਆਫੀਸ਼ੀਅਲਸ ਸੀਗੇ, ਜਿਹੜੇ ਜਿਨ੍ਹਾਂ ਨੇ ਅਦਰ ਏਜੰਸੀਜ਼ ਜਿਨ੍ਹਾਂ ਨੇ FIR ਜਾਂ ਚਾਰਜ ਸ਼ੀਟ ਫਾਈਲ ਕਰਨੀ ਸੀ, ਹੁਣ ਇਹ ਵਾਲੀ ਡਿਮਾਂਡ ਹਟਾ ਦਿੱਤੀ ਗਈ ਹੈ। ਹੁਣ ਕੋਈ ਫਰਕ ਹੀ ਨਹੀਂ ਪੈਂਦਾ ਤੁਹਾਡੇ ਤੇ FIR ਹੋਈ ਹੈ, ਚਾਰਜ ਸ਼ੀਟ ਹੋਈ ਹੈ, ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ED ਇਦਾਂ ਹੀ ਚੱਕ ਕੇ ਲੈ ਕੇ ਜਾ ਸਕਦੀ ਹੈ। ਹੁਣ ED ਦੀ ਬਹੁਤ ਗੱਲਾਂ ਹੋ ਗਈਆਂ, ਬਹੁਤ ਕੁਝ ਦੱਸਤਾ। ED ਇਹ ਕਰ ਸਕਦੀ ਹੈ, ਕੇਜਰੀਵਾਲ ਵਿਚਾਰਾ ਉੱਥੇ ਰੋ ਰਿਹਾ ਕਿ ED ਇਹ ਕਰ ਦੂਗੀ, ਇੱਥੇ ਆਪਣੇ ਸੰਜੇ ਸਿੰਘ ਰੋ ਰਿਹਾ, ਉੱਥੇ ਰਾਹੁਲ ਗਾਂਧੀ ਸਾਹਿਬ ਰੋ ਰਹੇ ਆ ED ਇਹ ਕਰ ਦੂਗੀ। ਪਰ ED ਹੈ ਕੀ? ਵਾਟ ਇਜ਼ ED? ਤੇ ਦੇਖੋ ਧਿਆਨ ਨਾਲ, ED ਹੈ ਕਿ ਡਿਪਾਰਟਮੈਂਟ ਆਫ ਰੈਵਨਿਊ, ਜਿਹੜਾ ਆਪਣਾ ਮਿਨਿਸਟਰੀ ਆਫ ਫਾਈਨੈਂਸ ਦੇ ਅੰਡਰ ਆਂਦਾ ਹੈ, ਉਹਦੇ ਅੰਡਰ ED ਕੰਮ ਕਰਦੀ ਹੈ ਪਿਆਰਿਓ। ਓਕੇ, ED ਵਰਕਸ देयर। ED ਦਾ ਜਿਹੜਾ ਆਫਿਸ ਹੈ ਉਹ ਓਰੀਜਨਲੀ 1956 ਵਿੱਚ ਬਣਾਇਆ ਗਿਆ ਅੰਡਰ ਦਾ ਨੇਮ ਆਫ ਐਨਫੋਰਸਮੈਂਟ ਯੂਨਿਟ। ਇਹਨੂੰ ਕੰਮ ਕੀ ਦਿੱਤਾ ਗਿਆ ਸੀ? ਇਹਨੂੰ ਕੰਮ ਦਿੱਤਾ ਗਿਆ ਸੀ ਜਿਹੜੇ ਵੀ ਕੋਈ ਫਾਈਨੈਂਸ਼ੀਅਲ ਫਰਾਡਸ ਨੇ ਉਹਨਾਂ ਤੇ ਥੋੜਾ ਨਕੇਲ ਕੱਸੋ ਅੰਡਰ ਦਿਸ ਐਕਟ, ਫੈਮਾ ਐਕਟ, ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਕਿ ਬਾਹਰੋਂ ਇਲਿਸਿਟ ਫੰਡਸ ਆ ਰਹੇ ਨੇ, ਕੁਝ ਹੋ ਰਿਹਾ ਹੈ, ਉਹਦੇ ਤੇ ਨਕੇਲ ਕੱਸ ਕੇ ਰੱਖਣੀ ਹੈ ਤੁਸੀਂ। ਠੀਕ ਹੈ ਜੀ, ਇਹ ਗੱਲ ਹੋ ਗਈ। ਫਿਰ ED ਨੂੰ ਹੈੱਡ ਕੌਣ ਕਰਦਾ ਹੈ? ED ਦਾ ਜਿਹੜਾ ਹੈੱਡ ਹੁੰਦਾ ਹੈ ਉਹ ਹੁੰਦਾ ਹੈ ਡਾਇਰੈਕਟਰ। ਹੁਣ ਡਾਇਰੈਕਟਰ ਕੀ ਜ਼ਰੂਰੀ ਹੈ IAS ਹੋਏਗਾ? ਨਹੀਂ। ਕਿ ਜ਼ਰੂਰੀ ਹੈ IPS ਹੋਏਗਾ? ਨਹੀਂ। ਠੀਕ ਹੈ ਜੀ, ਇਹ ਕੁਐਸਚਨ ਪੇਪਰ ਚ ਆਉਂਦਾ ਹੈ ਕਿ ਉਹ IAS ਹੋਏਗਾ, IPS ਹੋਏਗਾ, ਜ਼ਰੂਰੀ ਨਹੀਂ ਹੈ। ਕਿਉਂ? ਕਿਉਂਕਿ ਇੱਕ ਸੈਂਟਰਲ ਗਵਰਨਮੈਂਟ ਇੱਕ ਅਪਾਇੰਟਿੰਗ ਕਮੇਟੀ ਬਿਠਾਉਂਦੀ ਹੈ ਜਿਹਦਾ ਮੈਂਬਰ ਕੌਣ-ਕੌਣ ਹੈ? सेंट्रल विजिलेंस कमिश्नर, फिर विजिलेंस कमिश्नर्स, फिर सैक्रेटरी टू मिनिस्ट्री ऑफ होम अफेयर, मिनिस्ट्री ऑफ परसोनल एंड मिनिस्ट्री ऑफ फाइनेंस। ये जेड़े किन्ने हो गए? 1 2 3 4 5, ये 5 लोग जेड़े ने ये मिलके डिसाइड करते हैं, मिलके फैसला लेंदे ने कि हु विल बी द डायरैक्टर ऑफ ED। ठीक है जी, तो ये अपनी गल है कि ED का डायरैक्टर जिद्दां है वो किद्दां हुंदा है सेलेक्ट या फिर अपॉइंट। नाउ एट लास्ट आपां गल करांगे पावर्स ऑफ ED को पावर की है। देखो ED को ना PMLA प्रिवेंशन ऑफ मनी लॉन्ड्रिंग एक्ट, फैमा एक्ट के अंडर जो भी पावर दी गई है ED नूं वो सारी यूज़ कर सकते हैं। अरेस्ट भी कर सकते हैं, कन्फिस्केशन ऑफ प्रॉपर्टी भी कर सकते हैं, पर ये सिर्फ तां कर सकते हैं जदों किसी ने कंप्लेंट की है। ठीक है जी, इत्थे की लिखिया ध्यान ना देखो, कैन नॉट इनिशिएट सुओ मोटो एक्शन, दैट मीनस अपने आप तो जे ED के बंदे लग्या यार वो बंदा तो बहुत गलत कर रहा है, ये को मैनू लगता है कि बहुत पैसा है, मैं अपने आप जाके वो रेड करा मन्ना, इदा नहीं हो सकता। दिस कैन नॉट हैपन। ठीक है प्यारे हो, तो हमेशा याद रखना है जदों भी ये शब्द आ जाए कि इट कैन इनिशिएट ऑन देयर ओन, तो फिर नहीं, कभी भी नहीं हो सकता। इनू आपां याद रखांगे। ठीक है जी, सो दिस वॉज इट। ED मनी लॉन्ड्रिंग ते जो भी अपना किस्सा सी उहदे बारे जो भी बेसिक नॉलेज हो सकती सी मैं तुहानू दे दित्ती है। हुण एक क्वेश्चन मैं तुहानू प्रैक्टिस वास्ते दे रहा। ठीक है जी, क्वेश्चन नू पढ़ लो ध्यान नाल। तुसी दसना है विच ऑफ द फॉलोइंग स्टेटमेंट्स आर करेक्ट। पहली स्टेटमेंट है ED इज अ स्टैट्यूटरी बॉडी। ठीक है जी, दूसरी स्टेटमेंट है ED जेडी है पोजेसेस स्टैट्यूटरी पावर्स। दो सिंपल जिहा स्टेटमेंट्स है। आंसर दसो जी ABCD, प्लीज़ कमेंट करो। तो जे तुसी जे मैनू ज़्यादा बच्चों के कमेंट दिखे तो मैं यदि आंसर विद एक्सप्लेनेशन टॉप कमेंट में पा के पिन भी जरूर कर दांगा। ठीक है, पर यह तुहाडी जिम्मेवारी है कि तुसी इस क्वेश्चन को अटैम्प्ट करना है। ठीक है, पंजाबी विच भी है, पंजाबी विच जिहड़े भी अपने एस्पिरेंट्स ने वो इस चीज़ को देखना चाहते हैं, कवर करना चाहते हैं, दिस इज़ फॉर यू। बट प्लीज़ कोशिश करो कि इसका आंसर जरूर दो, क्योंकि इहो ਜਿਹੇ सवाल PCS ने पूछने हैं। तो जो आप टॉपिक कर लिया पर सानू समझ नहीं लगी तो फिर गल नहीं बनूगी। ठीक है, सो दैट इज़ इट फॉर टुडे। जे तुहानू लगता है कि बई ये तुहाडे काम आई वीडियो, प्लीज़ इनू लाइक शेयर सबसक्राइब जरूर करियो। तो जिहड़ा मैं क्वेश्चन तुहानू दिता है अपनी अंडरस्टैंडिंग वास्ते जरूर अटैम्प्ट करियो जी। सत श्री अकाल।